ਸਤਿ ਸ਼੍ਰੀ ਅਕਾਲ। ਲੋਕ ਰਾਣਾ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਪਰਮਿੰਦਰ ਜੀ ਆਇਆਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਧੰਨਵਾਦ ਗੁਰਜਿੰਦਰ ਜੀ। ਪਰਮਿੰਦਰ ਜੀ, ਆਪਾਂ ਲੋਕ ਰਾਣਾ ਦੇ ਪਲੇਟਫਾਰਮ ਤੋਂ ਕਿੰਨੀ ਵਾਰ ਆਹ ਗੱਲ ਚੱਕੀ ਹੈ ਕਿ ਜਿਹੜੀ ਆਹ ਮੁਫਤ ਦੀਆਂ ਚੀਜ਼ਾਂ ਨੇ, ਸਰਕਾਰਾਂ ਕਹਿੰਦੀਆਂ ਨੇ ਕਿ ਸਾਨੂੰ ਤੁਸੀਂ ਵੋਟ ਪਾਓ, ਅਸੀਂ ਆਟਾ, ਚੌਲ, ਚੀਨੀ, ਚਾਹ ਪੱਤੀ ਸਭ ਤੁਹਾਡੇ ਘਰੇ ਦੇ ਦਾਂਗੇ। ਇਸ ਤੋਂ ਬਾਅਦ ਉਹ ਫਿਰ ਹੁਣ ਸਿੱਧੇ ਪੈਸਿਆਂ 'ਤੇ ਵੀ ਆ ਗਏ। ਅਲੱਗ-ਅਲੱਗ ਸਾਰੀ ਪਾਰਟੀਆਂ ਦੀ ਆਹ ਆਈਡੀਓਲੋਜੀ ਹੈਗੀ ਹੈ ਕਿ ਅਸੀਂ, ਜਿਵੇਂ ਕਾਂਗਰਸ ਨਵਜੋਤ ਸਿੰਘ ਸਿੱਧੂ, ਉਹ 8,000 10,000 ਜੋ 18 ਸਾਲ ਤੋਂ ਵੱਧ ਦੀ ਕੁੜੀ ਹੈ ਜੋ ਐਜੂਕੇਸ਼ਨ ਦੇ ਵਿੱਚ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਉਹ ਵੀ ਕਹਿੰਦੇ ਕਿ ਅਸੀਂ 1,000 ਰੁਪਏ ਔਰਤਾਂ ਦੇ ਖਾਤੇ ਦੇ ਵਿੱਚ ਪਾਵਾਂਗੇ ਜੇ ਸਾਡੀ ਸਰਕਾਰ ਬਣਦੀ ਹੈ। ਇਹਨੂੰ ਆਪਾਂ ਕਿੰਨੇ ਵਾਰ ਆਹ ਗੱਲ ਚੁੱਕਦੇ ਰਹੇ ਹਾਂ ਕਿ ਆਹ ਸਿੱਧੀ ਰਿਸ਼ਵਤ ਹੈ। ਆਹ ਭਾਵੇਂ ਹੋਰ ਸਰਕਾਰਾਂ ਵੀ ਆਹ ਗੱਲ ਕਰਦੇ ਰਹੀਆਂ ਨੇ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਅਸੀਂ ਤੁਹਾਨੂੰ ਮੁਫਤ ਦੇਵਾਂਗੇ। ਦੂਜੇ ਪਾਸੇ ਲਗਾਤਾਰ ਅਸੀਂ ਇਹ ਵੀ ਗੱਲ ਕਰਦੇ ਰਹੇ ਹਾਂ ਕਿ ਯੂਰਪ ਦੇ ਵਿੱਚ ਵੱਡੇ ਉਹ ਦੇਸ਼ ਸੀ, ਵੱਡੇ ਉਹ ਲੋਕ ਸੀ ਜਿਹੜੇ ਲਗਾਤਾਰ ਵੱਡੇ ਦੇਸ਼ਾਂ ਦੇ ਨਾਲ ਲੜਦੇ ਰਹੇ ਸੀ। ਜਦੋਂ ਉੱਥੇ ਉਹਨਾਂ ਹਕੂਮਤਾਂ ਦਾ ਕਬਜ਼ਾ ਹੋ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਖਤਮ ਕਿਵੇਂ ਕਰ ਸਕਦੇ ਹਾਂ ਇਹਨਾਂ ਲੋਕਾਂ, ਤਾਂ ਮੁਫਤ ਦੀ ਸਹੂਲਤ ਉਹਨਾਂ ਨੇ ਸ਼ੁਰੂ ਕਰਤੀ। ਹੁਣ ਸੁਪਰੀਮ ਕੋਰਟ ਨੇ ਵੀ ਕਿਹਾ, ਅਲੱਗ-ਅਲੱਗ ਅਦਾਰਿਆਂ ਨੇ, ਭਾਵੇਂ RBI ਹੋ ਗਿਆ, ਚੋਣ ਕਮਿਸ਼ਨਰ ਹੋ ਗਿਆ, ਉਹਨਾਂ ਨੇ ਕਿਹਾ ਕਿ ਇਹ ਮੁੱਦਾ ਗੰਭੀਰ ਹੈ। ਇਹਨੂੰ ਇਲੈਕਸ਼ਨ ਕਮਿਸ਼ਨ ਐ ਨਹੀਂ ਕਹਿ ਕੇ ਟਾਲ ਸਕਦਾ ਕਿ ਅਸੀਂ ਇਹਦੇ 'ਚ ਕੁਛ ਨਹੀਂ ਕਰ ਸਕਦੇ ਹੈਗੇ। ਇਹ ਮੁੱਦਾ ਗੰਭੀਰ ਹੈ, ਇਹਨੂੰ ਰੋਕਣ ਤੇ ਸੋਚਣ ਦੀ ਲੋੜ ਹੈ ਇਹਦੇ 'ਤੇ। ਦੇਖੋ, ਗੰਭੀਰ ਤਾਂ ਬਿਲਕੁਲ ਹੈਗਾ ਹੀ ਹੈ। ਇਹਦੇ ਨਾਲ ਪੁਸ਼ਤ ਦਰ ਪੁਸ਼ਤ ਜਿਹੜਾ ਖਾਤਮਾ ਹੁੰਦਾ ਹੈ ਨੌਜਵਾਨ ਪੀੜ੍ਹੀ ਦਾ, ਜਿਹੜੀ ਪੀੜ੍ਹੀਆਂ ਕਹਿ ਲਓ ਆਪਾਂ, ਨੌਜਵਾਨ ਦਾ ਕਾਹਨੂੰ ਕਹਿਣਾ ਇਕੱਲੇ, ਜਿਹੜੀ ਪੀੜ੍ਹੀਆਂ ਅੱਗੇ ਪੀੜ੍ਹੀਆਂ ਆਉਂਦੀਆਂ ਨੇ ਨਾ, ਉਹਨਾਂ ਦਾ ਖਾਤਮਾ ਹੁੰਦਾ ਹੈ। ਉਹਨਾਂ ਨੂੰ ਆਪਾਂ ਕਹਿ ਲਓ, ਇੱਕ ਤਾਂ ਕੁਦਰਤੀ ਤੌਰ 'ਤੇ ਮਾਰ ਹੁੰਦੀ ਹੈ, ਜਿਹੜੀ ਕੁਦਰਤੀ ਤੌਰ 'ਤੇ ਮੌਤ ਹੁੰਦੀ ਆ, ਉਹ ਹੁੰਦੀ ਆ। ਉਹ ਤਾਂ ਚਲੋ ਉਹਦੇ 'ਤੇ ਕੋਈ ਹੱਥ ਵੱਸ ਹੁੰਦਾ ਨਹੀਂ। ਇੱਕ ਹਥਿਆਰਾਂ ਨਾਲ ਮਾਰ ਦਿੰਦਾ, ਉਹ ਜੰਗ ਦਾ ਰੂਪ ਹੁੰਦਾ, ਉਹਦੇ 'ਚ ਵੀ ਬੰਦਾ ਦੋਸ਼ੀ ਮੰਨ ਲਿਆ ਜਾਂਦਾ। ਇੱਕ ਹੁੰਦਾ ਕਿ ਤੁਸੀਂ ਇੰਨੀਆਂ ਸਹੂਲਤਾਂ ਹੀ ਦੇ ਦਿਓ, ਇੱਦਾਂ ਦੀਆਂ ਸਹੂਲਤਾਂ ਦੇ ਦਿਓ ਵੀ ਉਹਨਾਂ ਦੇ ਸਰੀਰ 'ਤੇ ਮਾਨਸਿਕ ਤੌਰ 'ਤੇ, ਜਿਹੜੇ ਦਿਮਾਗੀ ਤੌਰ 'ਤੇ ਆਪਾਂ ਕਹਿ ਲਓ, ਉਹ ਬਿਮਾਰ ਹੋ ਜਾਣ, ਉਹ ਆਪਣੇ ਆਪ ਹੀ ਮਰ ਜਾਣ, ਉਹ ਨਿਕੰਮੇ ਹੋ ਜਾਣ। ਤੇ ਉਹ ਚੀਜ਼ ਜਿਹੜੀ ਹੈਗੀ ਆਹ ਮੁਫਤ ਦੀਆਂ ਸਹੂਲਤਾਂ ਕਰਦੀਆਂ ਨੇ, ਜਿਹੜੀਆਂ ਮੁਫਤ ਦੇ ਵਿੱਚ ਦੇ ਦਿੰਦੇ ਆ ਬਿਨਾਂ ਗੱਲ ਤੋਂ, ਜਿਨ੍ਹਾਂ ਦੀ ਲੋੜ ਨਹੀਂ, ਜਿਹੜੀਆਂ ਬੇਸਿਕ ਚੀਜ਼ ਨੇ, ਜਿਹੜੀਆਂ ਬੇਸਿਕ ਸਹੂਲਤਾਂ ਦੇਣੀਆਂ ਬਣਦੀਆਂ ਨੇ, ਸਿੱਖਿਆ ਤੇ ਸਿਹਤ, ਉਹ ਦਿੰਦੇ ਨਹੀਂ ਜੀ। ਉਹਨਾਂ ਦੇ ਵਿੱਚ ਇਹ ਹੁਣ ਜਿਹੜੀ ਆਯੁਸ਼ਮਾਨ ਤੁਸੀਂ ਦੇਖਿਆ ਹੀ ਹੈ, ਉਹ ਬੰਦ ਕਰਤੀ ਉਹ ਤਾਂ, ਠੀਕ ਹੈ ਨਾ। ਉਹ ਸਹੂਲਤਾਂ ਦੀ ਲੋੜ ਹੈ ਨਾ, ਇਹਨਾਂ ਦੀ ਥੋੜੀ, ਕਿਉਂਕਿ ਉਹਨਾਂ ਦੋਨਾਂ ਦੇ ਨਾਲ ਇਹ ਦੋਨੋਂ ਚੀਜ਼ਾਂ ਡਿਵੈਲਪ ਹੁੰਦੀਆਂ ਨੇ। ਦਿਮਾਗ ਸਿੱਖਿਆ ਦੇ ਨਾਲ ਡਿਵੈਲਪ ਹੁੰਦਾ, ਸਿਹਤ ਸਹੂਲਤਾਂ ਮਿਲਦੀਆਂ ਨੇ ਤਾਂ ਸਰੀਰ ਤੰਦਰੁਸਤ ਰਹਿੰਦਾ। ਤੇ ਜੇ ਇਹ ਦੋਨੋਂ ਚੀਜ਼ਾਂ ਤੰਦਰੁਸਤ ਰਹਿਣ ਤਾਂ ਇਹਨਾਂ ਨੂੰ ਵਕਤ ਪੈਂਦਾ ਹੈ, ਜਿਹੜੇ ਇਹ ਕੁਰਸੀਆਂ ਦੇ ਚੌਧਰੀ ਬਣੇ ਹੋਏ ਨੇ, ਹਾਂ, ਅਨਐਜੂਕੇਟਡ, ਨੌਲੇਜ ਤੋਂ ਹੀਣੇ ਬੰਦੇ, ਅਗਿਆਨੀ ਇਹਨਾਂ ਨੂੰ ਕਹਿੰਦੇ ਆ। ਉਹ ਫਿਰ ਜਿਹੜੀਆਂ ਹੋਰ ਲੋਕਾਂ ਦੇ ਸਿਰ ਤੇ ਐਸ਼ ਕਰਨ ਵਾਲੀਆਂ ਪਦਵੀਆਂ ਨੇ, ਉਹ ਹਾਸਲ ਕਰਦੇ ਨੇ ਲੋਕਤੰਤਰ ਦੇ ਵਿੱਚ। ਪਰ ਇੱਕ ਗੱਲ ਤਾਂ ਹੈ, ਇੱਕ ਸਵਾਲ ਤਾਂ ਇਹਦੇ 'ਚ ਮੈਂ, ਤੁਸੀਂ ਗੱਲ ਸ਼ੁਰੂ ਕਰਿਓ ਆਪਣੀ। ਇੱਕ ਗੱਲ ਇਹ ਵੀ ਹੈ ਨਾ ਕਿ ਆਮ ਲੋਕਾਂ ਨੇ ਤਾਂ ਗੱਲ ਆਹ ਚੱਕਣੀ ਕੀ ਸੀ, ਨਾ ਕਿਸੇ ਮੀਡੀਆ ਹਾਊਸ ਨੇ, ਨਾ ਕਿਸੇ ਬੁੱਧੀਜੀਵੀ ਨੇ ਕਦੇ ਆਹ ਸਰਕਾਰਾਂ ਨੂੰ ਸਵਾਲ ਨਹੀਂ ਕੀਤਾ ਹੈਗਾ ਕਿ ਇਸ ਸੰਸਾਰ ਦੇ ਵਿੱਚ ਮੁਫਤ ਕੀ ਹੁੰਦਾ। ਉਸ ਮੁਫਤ ਦਾ ਕੋਈ ਨਾ ਕੋਈ ਤਾਂ ਪੇ ਕਰਦਾ ਹੋਣਾ ਨਾ, ਉਹ ਕੌਣ ਹੈ? ਹਾਂ, ਉਹ ਆਪਾਂ ਇਹ ਗੱਲ ਅੱਗੇ ਜਾ ਕੇ ਕਰਦੇ ਹਾਂ। ਇਹਦੇ ਜਿਹੜੀਆਂ ਹੁਣ ਸੁਪਰੀਮ ਕੋਰਟ ਨੇ ਜਿਹੜੇ ਹੁਣ ਇਹ ਮੁੱਦੇ ਚੱਕੇ ਨੇ ਨਾ, ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਸੁਪਰੀਮ ਕੋਰਟ ਸੱਚੀ ਮੁੱਚੀ ਸੁਹਿਰਦ ਹੈ ਇਹਨਾਂ ਮੁੱਦਿਆਂ ਦੇ ਉੱਤੇ ਲੋਕਾਂ ਦੀ ਭਲਾਈ ਲਈ, ਤਾਂ ਸਿੱਧੂ ਤੋਂ ਸਿੱਧੇ ਜਦੋਂ ਆਪ ਆ ਕੇ ਇਨਵੋਲਵਮੈਂਟ ਹੁੰਦੀ ਹੈ ਨਾ, ਜਦੋਂ ਨਿਆਂਪਾਲਿਕਾ ਦੀ ਆਪਾਂ ਕਹਿ ਲਓ, ਤਾਂ ਉਹ ਸਿੱਧੇ ਤੌਰ 'ਤੇ ਚੋਣ ਸੁਧਾਰਾਂ ਦੀ ਗੱਲ ਕਰੇ, ਚੋਣ ਲੜਨ ਦੀ ਤਰੀਕੇ, ਪ੍ਰਕਿਰਿਆ, ਉਹਨਾਂ ਦੇ ਵਿੱਚ ਸੁਧਾਰ ਦੀ ਲੋੜ ਹੈ। ਉਹ ਕਹੇ ਕਿ ਇਹ ਬੰਦਿਸ਼ਾਂ ਨੇ, ਤੁਸੀਂ ਆਹ ਚੀਜ਼ ਅਨਾਊਂਸਮੈਂਟ ਕਰ ਹੀ ਨਹੀਂ ਸਕਦੇ, ਤੁਸੀਂ ਆਹ ਦੇ ਹੀ ਨਹੀਂ ਸਕਦੇ, ਕਿਵੇਂ ਦੇ ਦੋਗੇ ਸਰਕਾਰੀ ਖਜ਼ਾਨੇ 'ਚੋਂ? ਤੁਹਾਡੇ ਪਿਓ ਦਾ ਮਾਲ ਹੈ ਉਹ, ਜਿਹੜਾ ਤੁਸੀਂ ਚੱਕ ਕੇ ਵੰਡ ਰਹੇ ਹੋ, ਠੀਕ ਹੈ ਨਾ। ਜਿਹੜੀਆਂ ਸਹੂਲਤਾਂ ਸਿੱਖਿਆ ਸਿਹਤ ਦੀਆਂ ਨੇ, ਇਹ ਤਾਂ ਮੁੱਢਲੀਆਂ ਲੋੜਾਂ ਨੇ। ਇਹ ਬੰਦੇ ਦਾ ਕੈਰੀਅਰ, ਭਵਿੱਖ, ਹੈ ਨਾ, ਅਤੇ ਬੰਦੇ ਦਾ ਜਿਹੜਾ ਸਰੀਰਕ ਤੌਰ 'ਤੇ ਮਜ਼ਬੂਤ ਹੁੰਦਾ, ਜਿੱਦਾਂ ਉਹਨਾਂ ਚੀਜ਼ਾਂ ਨੂੰ ਡਿਵੈਲਪ ਕਰਦੀਆਂ ਨੇ, ਇਹ ਦੇਣੀਆਂ ਬਣਦੀਆਂ ਨੇ। ਇਹਨਾਂ ਦੇ ਉੱਤੇ ਪਹਿਰੇਦਾਰੀ ਹੋਣੀ ਚਾਹੀਦੀ ਹੈ। ਹੁਣ ਪਹਿਲਾ ਪੱਖ ਤਾਂ ਇਹਦੇ ਦੋ ਪੱਖ ਨੇ। ਪਹਿਲਾ ਪੱਖ ਤਾਂ ਇਹ ਆ ਕਿ ਇਹ ਸਹੂਲਤਾਂ ਮਾੜੀਆਂ ਕਿਵੇਂ ਨੇ। ਮਾੜੀਆਂ ਤਾਂ ਇਹ ਨੇ ਵੀ ਖਜ਼ਾਨਾ ਸਰਕਾਰੀ ਹੁੰਦਾ, ਠੀਕ ਹੈ, ਉਹ ਲੁੱਟਿਆ ਜਾ ਰਿਹਾ ਹੁੰਦਾ। ਉਹ ਭਰਦਾ ਕਿਵੇਂ? ਆਮ ਲੋਕਾਂ ਦੇ ਟੈਕਸ ਤੋਂ, ਠੀਕ ਹੈ, ਜਿਨ੍ਹਾਂ ਦੀ ਆਮਦਨ ਲਿਮਟਿਡ ਆਮਦਨ ਹੁੰਦੀ ਹੈ। ਕਿਉਂਕਿ ਵੱਡੇ ਤਾਂ ਚੋਰ ਮੋਰੀਆਂ ਰਾਹੀਂ ਟੈਕਸ ਬਚਾ ਜਾਂਦੇ ਨੇ। ਜੇ ਆਪਾਂ ਗੱਲ ਕਰੀਏ, ਜੇ ਸਾਰੇ ਵੱਡਿਆਂ ਘਰਾਣਿਆਂ ਦੀ ਗੱਲ ਕਰੀਏ, ਜਿਹੜੇ ਕਾਰਪੋਰੇਟ ਅਦਾਰੇ ਨੇ, ਕਿ ਉਹ ਸਾਰੇ ਪੂਰਾ ਟੈਕਸ ਭਰਦੇ ਨੇ ਇਮਾਨਦਾਰੀ ਨਾਲ,
ਇਹ ਸਭ ਨੂੰ ਪਤਾ ਹੈ ਕਿ ਨਹੀਂ ਭਰਦੇ। ਜੇ ਉਹ ਭਰਦੇ ਹੁਣ ਮਾਫ ਕਰਤੇ ਜਾਂਦੇ ਨੇ ਨਾ ਟੈਕਸ, ਉਹਨੇ ਟੈਕਸ ਨਹੀਂ, ਉਹਨਾਂ ਦੇ ਤਾਂ ਕਰਜ਼ੇ ਮਾਫ ਕਰਦੇ ਜਾਂਦੇ ਆ। ਇੱਕ ਪਾਸੇ ਆ ਗਰੀਬ ਕਿਸਾਨ ਮਜ਼ਦੂਰ 12,000 ਕਰੋੜ ਹੁਣ ਫਿਰ ਇੱਕ ਉਦਯੋਗਪਤੀ ਦਾ ਮਾਫ ਕੀਤਾ। ਹਾਂ, ਇਹ ਗਰੀਬ ਮਜ਼ਦੂਰ ਕਿਸਾਨ ਇਹ ਕਰਜ਼ਿਆਂ ਪਿੱਛੇ ਖੁਦਕੁਸ਼ੀਆਂ ਕਰਦੇ। ਕਰਜ਼ੇ ਦੀ ਗੱਲ ਚੱਲੀ ਬੀਤੇ ਕੱਲ ਵੀ ਸੰਸਦ ਦੇ ਵਿੱਚ ਮੁੱਦਾ ਉੱਠਿਆ ਸੀ, ਕੇਂਦਰ ਦੀ ਸਰਕਾਰ ਪੱਲਾ ਝਾੜ ਗਈ ਕਰਜ਼ੇ ਮਾਫ ਕਰਨ ਤੋਂ। ਹਾਂ, ਨਹੀਂ ਕਰਦੇ। ਉਹ ਕਿਸੇ ਦਾ 6,000 ਕਰੋੜ, ਕਿਸੇ ਦਾ 12,000 ਕਰੋੜ, ਕਿਸੇ ਦਾ 40,000 ਕਰੋੜ, ਐਦਾਂ ਇਹ ਵੱਡੇ ਕਰਜ਼ੇ ਮਾਫ ਕਰਨ ਵਾਲਿਆਂ ਦੀ ਸਰਕਾਰਾਂ ਹੁੰਦੀਆਂ ਨੇ। ਛੋਟਿਆਂ ਮਰਦੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਵੋਟ ਦੀ ਰਾਜਨੀਤੀ। ਸੋ ਜਿਹੜੀ ਇੱਕ ਤਾਂ ਇਹ ਹੈ ਕਿ ਇਹ ਸਹੂਲਤਾਂ ਜਿਹੜੀਆਂ ਦੇਣੀਆਂ ਚਾਹੀਦੀਆਂ ਨੇ, ਉਹਨਾਂ ਤੇ ਪਹਿਰੇਦਾਰੀ ਦੀ ਲੋੜ ਹੈ। ਦੂਜਾ ਇਹ ਘਾਤਕ ਕਿਵੇਂ ਨੇ ਉਹ ਤੁਹਾਨੂੰ ਦੱਸਤਾ ਕਿ ਸਰੀਰਕ ਤੌਰ ਤੇ ਔਰ ਮਾਨਸਿਕ ਤੌਰ ਤੇ ਤੁਹਾਨੂੰ ਨਕੰਮੇ ਬਣਾ ਕੇ ਤੁਹਾਡੀ ਮੌਤ ਦਾ ਕਾਰਨ ਬਣਦੀਆਂ ਨੇ। ਤੀਜਾ ਤੁਸੀਂ ਗੱਲ ਕੀਤੀ ਸੀ ਕਿ ਬੋਲਦੇ ਕਿਉਂ ਨਹੀਂ ਲੋਕ, ਕੌਣ ਬੋਲਣ ਜੋਗੇ ਛੱਡਦਾ ਹੀ ਨਹੀਂ ਕੋਈ। ਕਿਵੇਂ ਬੋਲੇ ਕੋਈ ਨਾ? ਬੁੱਧੀਜੀਵੀ ਨੂੰ ਲੋੜ ਕੀ ਹੈ? ਬੁੱਧੀਜੀਵੀ ਕਹਿੰਦੇ ਮੇਰੀ ਰੋਟੀ ਪੱਕਦੀ ਹੈ ਘਰੇ, ਮੈਂ ਕੀ ਹੈ। ਕਈ ਖਾਮਖਾ ਬੁੱਧੀਜੀਵੀ ਬਣੇ ਫਿਰਦੇ ਨੇ, ਉਹ ਪਾਰਟੀਆਂ ਦੇ ਆ ਜਾਂਦੇ ਨੇ ਵੀ ਇਹ ਪਾਰਟੀ ਗਲਤ ਹੈ ਜੀ। ਪਾਰਟੀਆਂ ਸਾਰੀਆਂ ਹੀ ਗਲਤ ਨੇ, ਠੀਕ ਹੈ। ਬੋਲਣ ਦੀ ਲੋੜ ਤਾਂ ਸਭ ਨੂੰ ਹੈ। ਇਕੱਠੇ ਹੋ ਕੇ ਜਿਵੇਂ ਸੰਘਰਸ਼ ਹੁੰਦੇ ਨੇ ਇਦਾਂ ਦੇ ਸੰਘਰਸ਼ ਹੋਣੇ ਚਾਹੀਦੇ ਨੇ, ਜਾਂ ਲੋਕ ਇੱਕ ਮਤ ਹੋਣ ਕਿ ਜਿਹੜਾ ਇਦਾਂ ਦੀ ਅਨਾਉਂਸਮੈਂਟ ਕਰਦਾ ਉਹਨੂੰ ਵੋਟ ਨਾ ਪਾ ਦੇਣ, ਸਿੱਧੀ ਗੱਲ ਹੈ। ਜਾਂ ਸੁਪਰੀਮ ਕੋਰਟ ਇਦਾਂ ਦੇ ਫੈਸਲੇ ਲਵੇ, ਡਿਸੀਜਨ ਲਵੇ ਕਿ ਇਹ ਚੀਜ਼ਾਂ ਨਾ ਅਨਾਉਂਸ ਕੀਤੀਆਂ ਜਾ ਸਕਦੀਆਂ, ਨਾ ਹੀ ਦਿੱਤੀਆਂ ਜਾ ਸਕਦੀਆਂ ਨੇ, ਸਿਵਾਏ ਸਿੱਖਿਆ ਔਰ ਸਹੂਲਤਾਂ ਦੇ ਸਿਹਤ ਸੇਵਾਵਾਂ ਦੇ। ਇਹ ਬੰਦ ਹੋਣੀਆਂ ਚਾਹੀਦੀਆਂ। ਦੂਜੀ ਗੱਲ ਜਿਹੜਾ ਆਪਾਂ ਗੱਲ ਕਰਦੇ ਸੀ ਕਿ ਟੈਕਸ ਭਰਦਾ ਬੰਦਾ ਭਰਦਾ ਹੈ, ਆਮ ਲੋਕ ਭਰਦਾ, ਉਹ ਆਮਦਨ ਕਮਾਉਂਦਾ ਹੈ, ਉਹ ਇਹਨਾਂ ਨੂੰ ਟੈਕਸ ਦੇ ਰੂਪ ਵਿੱਚ ਦਿੰਦਾ। ਫਿਰ ਸਹੂਲਤਾਂ ਲੈਣ ਲਈ ਜਿਹੜੇ ਵਿਚਾਰੇ ਗਰੀਬ ਨੇ ਉਹਨਾਂ ਨੂੰ ਤਾਂ ਦੇ ਦਿੱਤੀ ਜਾਂਦੀ ਹੈ ਕਿ ਚਲੋ ਲੈ ਲਓ ਤੁਸੀਂ। ਹੁਣ 1000 ਰੁਪਈਆ ਕੇਜਰੀਵਾਲ ਨੇ ਅਨਾਉਂਸ ਕਰਿਆ ਸੀ ਹਰ ਔਰਤ ਦੇ ਲਈ। ਬਾਹਰ ਦੀਆਂ ਸਟੇਟਾਂ ਦੇ ਵਿੱਚ ਵੀ ਇਹ ਰੁਝਾਨ ਹੈਗਾ, ਜਿਵੇਂ ਤਾਮਿਲਨਾਡੂ 'ਚ ਵੀ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ ਬਾਦਲ ਨੇ ਸਾਈਕਲ ਵੰਡੇ, ਕਿਸੇ ਨੇ ਕੁੱਕਰ ਵੰਡੇ। ਪਿੱਛੇ ਜੇ ਪਤਾ ਨਹੀਂ ਕਿਹੜੀ ਸਟੇਟ ਦੇ ਵਿੱਚ ਸਾੜੀਆਂ ਵੀ ਵੰਡੀਆਂ ਗਈਆਂ, ਹੈ ਨਾ। ਇੱਥੇ ਹੋਰ ਇੱਥੇ ਮੈਂ ਇੱਕ ਹੋਰ ਦੇਖ ਰਿਹਾ ਸੀ, ਪਾਰਟੀ ਪਟਿਆਲੇ ਦੇ ਵਿੱਚ ਹੀ ਲੜ ਰਿਹਾ ਸੀ, ਉਹ ਸੈਨੇਟਰੀ ਪੈਡ ਵਗੈਰਾ ਉਹ ਵੀ ਫ੍ਰੀ ਦੇ ਵਿੱਚ 4-4 ਮਹੀਨੇ 6-6 ਮਹੀਨੇ ਕਹਿੰਦੇ ਅਸੀਂ ਦੇਵਾਂਗੇ ਜੀ ਇਹਦੋਂ। ਚਲੋ ਮਤਲਬ ਇੰਨਾ ਨਿਘਾਰ ਆ ਚੁੱਕਿਆ। ਹੁਣ ਜੇ ਗੱਲੀ ਇਹਨਾਂ ਦੀ ਗੱਲ ਕਰ ਲਈ ਜਾਵੇ, ਇਹ ਸਹੂਲਤਾਂ ਤਾਂ ਚਲੋ ਠੀਕ ਹੈ, ਤੁਸੀਂ ਕਹਿਤਾ ਅਸੀਂ ਦੇ ਦਾਂਗੇ, ਪਰ ਇਹ ਆਪਣੇ ਪੱਲਿਓਂ ਦੇਣ ਨਾ ਜਿਹੜੇ ਹਜ਼ਾਰਾਂ ਕਰੋੜਾਂ ਅਰਬਾਂ ਰੁਪਏ ਦੀ ਜਾਇਦਾਦਾਂ ਬਣਾ ਲੈਂਦੇ ਨੇ, ਉਹਨਾਂ ਦੇ ਵਿੱਚੋਂ ਦੇ ਦੇਣ। ਉਹ ਤਾਂ ਆਪਣੀਆਂ ਨੇ, ਉਹਨਾਂ 'ਚ ਕਿਉਂ ਦੇਣਗੇ? ਫਿਰ ਸਰਕਾਰ ਇਹਨਾਂ ਦੇ ਕਿ ਮੈਂ ਉਹੀ ਗੱਲ ਕਰਦਾ ਵੀ ਇਹਨਾਂ ਦੇ ਪਿਓ ਦਾ ਖਜ਼ਾਨਾ ਥੋੜੀ ਹੈ, ਉਹ ਤਾਂ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੈ। ਮੈਂ ਕਹਿੰਦਾ ਕਿ ਜਿਹੜੇ ਅੱਜ ਮਜ਼ਦੂਰ ਕਿਸਾਨ ਜਾਂ ਛੋਟੇ ਬਿਜ਼ਨਸਮੈਨ ਨੇ ਨਾ, ਲੋਕਾਂ ਦਾ ਪੈਸਾ ਲੋਕਾਂ 'ਚ ਹੀ ਵੰਡਣਗੇ। ਹਾਂ, ਨਹੀਂ ਉਹ ਟੈਕਸ ਮਾਫ ਕਰ ਦਿਓ, ਫਿਰ ਵੰਡ ਲਿਓ। ਪਰ ਸਰਕਾਰ ਨਹੀਂ ਚੱਲਣੀ। ਫਿਰ ਉਹੀ ਤਾਂ ਗੱਲ ਹੈ ਨਾ, ਜੇ ਕਹਿੰਦੇ ਲੋਕਾਂ ਦਾ ਪੈਸਾ ਲੋਕਾਂ 'ਚ ਵੰਡ ਦਿਓ, ਲੋਕਾਂ ਕੋਲ ਹੀ ਰਹਿਣ ਦਿਓ ਨਾ। ਹੁਣ ਤੁਸੀਂ ਦੇਖੋ, ਇੱਕ ਪਾਸੇ ਤਾਂ ਕਹਿੰਦੇ ਕਿ ਆਹ ਸਾਡੇ ਲੋਕ ਨੇ, ਦੂਜੇ ਪਾਸੇ ਜਿਹੜੀ ਸਟੇਟਾਂ ਨੂੰ ਸਭ ਤੋਂ ਵੱਧ ਇਨਕਮ ਹੁੰਦੀ ਹੈ ਉਹ ਸ਼ਰਾਬ ਤੋਂ ਹੁੰਦੀ ਹੈ। ਭਾਵੇਂ ਨਵੀਂ ਪਾਲਿਸੀ ਪੰਜਾਬ ਦੇ ਵਿੱਚ ਲਾਗੂ ਦੀਆਂ ਗੱਲਾਂ ਨੇ, ਹਾਲਾਂਕਿ ਉਹੀ ਪਾਲਿਸੀ ਦਿੱਲੀ ਦੇ ਵਿੱਚ ਰੱਦ ਕਰਤੀ ਦਿੱਲੀ ਸਰਕਾਰ ਨੇ। ਯਾਨੀ ਕਿ ਇਹ ਤਾਂ ਪਤਾ ਹੀ ਹੈ ਨਾ, ਤੁਸੀਂ ਟੈਕਸਾਂ ਦੀ ਗੱਲ ਕਰ ਰਹੇ ਹੋ, ਟੈਕਸ ਮਾਫ ਕਰਨ ਦੇ। ਇਹ ਤਾਂ ਕਹਿੰਦੇ ਕਿ ਸਾਨੂੰ ਪੈਸਾ ਉੱਥੋਂ ਆਉਂਦਾ ਜਿਸ ਚੀਜ਼ ਨੂੰ ਪੀ ਕੇ ਲੋਕ ਮਰਦੇ ਨੇ। ਹਾਂ ਨਹੀਂ, ਇਹਨਾਂ ਨੂੰ ਮੈਂ ਉਹੀ ਗੱਲ ਕਰਦਾ, ਜਦੋਂ ਇਹਨਾਂ ਨੂੰ ਇਹ ਨਹੀਂ ਦਿਖਦਾ ਕਿ ਕਰਜ਼ੇ ਕਾਰਨ ਕੋਈ ਖੁਦਕੁਸ਼ੀ ਕਰ ਗਿਆ, ਚਾਹੇ ਉਹ ਕਿਸਾਨ ਹੈ, ਚਾਹੇ ਮਜ਼ਦੂਰ ਹੈ, ਚਾਹੇ ਗਰੀਬ ਬਿਜ਼ਨਸਮੈਨ ਹੈ, ਕੋਈ ਆ। ਜਦ ਇਹਨਾਂ ਨੂੰ ਇਹ ਨਹੀਂ ਦਿਖਦਾ ਤਾਂ ਸ਼ਰਾਬ ਨਾਲ ਮਰਨ ਵਾਲਾ ਕਿੱਥੋਂ ਦਿਖ ਜੂਗਾ? ਉਹਨੂੰ ਤਾਂ ਇਹ ਕਹਿਣਗੇ ਵੀ ਨਸ਼ੇੜੀ ਸੀਗਾ, ਇਹ ਤਾਂ ਐਸ਼ ਕਰਦਾ ਸੀਗਾ, ਸ਼ਰਾਬ ਤਾਂ ਪੀਂਦਾ ਸੀ, ਇਹ ਮਰ ਗਿਆ। ਇਹ ਉਹਨਾਂ ਗੱਲਾਂ ਤੇ ਨਹੀਂ ਆਉਂਦੇ। ਸਮਾਜ ਸੁਧਾਰਕ ਨਹੀਂ ਹੈਗੇ ਇਹ, ਸਮਾਜ ਨੂੰ ਖਾਣ ਵਾਲਾ ਘੁਣ, ਇਹ ਘੁਣ ਲੱਗੇ ਹੋਏ ਆ ਇਹ। ਤੇ ਇਹ ਘੁਣ ਮਤਲਬ ਹੁਣ ਕਹਿ ਲਓ ਬਰਦਾਸ਼ਤ ਤੋਂ ਬਾਹਰ ਹੋ ਗਿਆ। ਹੁਣ ਜਿਹੜੇ ਸੁਪਰੀਮ ਕੋਰਟ ਨੇ ਫੈਸਲਾ ਲਿਆ, ਪਹਿਲਾਂ ਤਾਂ ਫੈਸਲਾ ਵੀ ਮੁਫਤ ਦੀਆਂ, ਜਿਵੇਂ ਬਿਜਲੀ ਮੁਫਤ ਦੇਤੀ, 1000 ਰੁਪਇਆ ਦੇਵਾਂਗੇ ਜੀ, ਕੋਈ ਕਹਿੰਦਾ ਸਾਈਕਲ ਦੇਵਾਂਗੇ ਜੀ, ਕੋਈ ਕਹਿੰਦਾ ਕੁੱਕਰ ਦੇਵਾਂਗੇ, ਕੁਛ ਦੇਵਾਂਗੇ। ਇਹ ਹੈ ਗਲਤ ਹੈ ਬਿਲਕੁਲ, ਰਿਸ਼ਵਤਖੋਰੀ ਦਾ ਮਾਮਲਾ, ਇਹਦੇ ਪਰਚੇ ਦਰਜ ਹੋਣੇ ਚਾਹੀਦੇ ਨੇ। ਪਹਿਲੀ ਤਾਂ ਗੱਲ ਇਹ ਹੈ। ਦੂਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਦੇਖਦੇ ਹੋ ਕਿ ਇਕੱਲਾ ਰਿਸ਼ਵਤ ਇਹੀ ਤੌਰ ਤੇ ਥੋੜੀ ਪੈਸਾ ਕਰਕੇ ਹੋਇਆ ਜਾ ਰਿਹਾ ਹੈ। ਹੁਣ ਜਿਹੜਾ ਪਿੱਛੇ ਜੇ ਤੁਸੀਂ ਦੇਖਿਆ ਹੋਊਗਾ, ਸਰਕਾਰ ਨੇ, ਸੈਂਟਰ ਗੌਰਮੈਂਟ ਨੇ, ਭਾਜਪਾ ਨੇ ਵੀ ਕਿਹਾ, ਉਹ ਜਿਹੜੇ ਅੰਕੜੇ ਨਿਕਲੇ ਕੇ ਆਏ ਨੇ ਕਿ ਇਸ਼ਤਿਹਾਰਬਾਜ਼ੀ ਦੀ ਗੱਲ ਕਰੀਏ ਤਾਂ ਉਹ ਆਪਣੇ ਨਾਮ ਵੀ ਅਸੀਂ ਆਹ ਕੀਤਾ ਕਰਨ ਵਾਸਤੇ, ਲੋਕਾਂ ਨੂੰ ਦਿਖਾਉਣ ਵਾਸਤੇ ਹੀ 600 ਕਰੋੜ ਰੁਪਏ ਖਰਚਦਾ 6 ਸਾਲਾਂ 'ਚ। ਤੇ ਪੰਜਾਬ ਸਰਕਾਰ ਨੇ ਕਹਿੰਦੇ ਹੁਣ ਇਹਨਾਂ ਦੇ ਵੀ ਅੰਕੜੇ ਆਏ ਨੇ 40 ਕਰੋੜ ਰੁਪਏ ਦਾ, ਹਰ ਮਹੀਨੇ 10 ਕਰੋੜ ਰੁਪਏ ਦਾ ਇਸ਼ਤਿਹਾਰਬਾਜ਼ੀ ਚੱਲ ਰਹੀ ਹੈ। ਕਹਿੰਦੇ ਬਜਟ ਹੈ ਉਹ ਇਹਨਾਂ ਦਾ ਅੰਦਰੂਨੀ। ਨਹੀਂ, ਯਾਨੀ ਕਿ ਇਹ ਅੱਜ ਦਾ ਨਹੀਂ ਆ ਰਿਹਾ, ਇਹ ਪਿਛਲੀਆਂ ਸਰਕਾਰਾਂ ਵੇਲੇ ਨਹੀਂ ਸੀਗਾ।
ਜਾਂ ਤਾਂ ਦੱਸੋ ਵੀ ਨਹੀਂ ਸੀ। ਕਾਂਗਰਸ ਨੇ ਕੀਤਾ ਨਹੀਂ ਇਦਾਂ ਕੰਮ, ਨਹੀਂ ਉਹੀ ਅਕਾਲੀਆਂ ਨੇ ਨਹੀਂ ਕੀਤਾ ਜੀ। ਫਿਰ ਉੱਥੇ ਹੀ ਗੱਲ ਆ ਜਾਂਦੀ ਹੈ, ਭਾਵੇਂ ਸਿਆਸਤਦਾਨ ਕੋਈ ਹੈ, ਜਦੋਂ ਆਹ ਗੱਲ ਕਰਦਾ ਨਾ, ਭਾਵੇਂ ਉਹ ਨਵੀਂ ਪਾਰਟੀ ਹੋਵੇ ਪੁਰਾਣੀ ਪਾਰਟੀ ਹੋਵੇ, ਜਦੋਂ ਕਹਿੰਦੇ ਨਾ ਕਿ ਅਸੀਂ ਬਦਲਾਅ ਕਰਾਂਗੇ, ਬਦਲਾਅ ਤੁਸੀਂ ਬੰਦੇ ਕਿਵੇਂ ਬਦਲ ਲੋਗੇ? ਬੰਦੇ ਤਾਂ ਉਹੀ ਨੇ ਨਾ। ਜਾਂ ਫਿਰ ਮਤਲਬ ਐਡਾ ਰਿਫਾਰਮ ਕਿਵੇਂ ਆ ਜਾਊਗਾ ਕਿ ਸਾਰੇ ਹੀ ਸਿਆਸਤਦਾਨਾਂ ਦੇ ਮਨਾਂ ਦੇ ਵਿੱਚ ਡਰ ਪੈ ਜਾਏ ਕਿ ਜੇਕਰ ਅਸੀਂ ਗਲਤ ਕਰਾਂਗੇ ਤਾਂ ਆਹ ਹੋ ਜਾਊਗਾ। ਦੂਜਾ, ਜਦੋਂ ਕਹਿੰਦੇ ਆ ਕਿ ਆਪਾਂ ਵੀ ਨਵੀਂ ਪਾਰਟੀ ਵੀ ਆਹ ਕੁਛ ਕਰ ਰਹੀ ਹੈ, ਪੁਰਾਣੀ ਪਾਰਟੀ ਵੀ ਕੁਛ ਕਰ ਰਹੇ, ਉਹਦਾ ਇੱਕ ਸਿਸਟਮ ਬਣਿਆ ਹੋਇਆ ਨਾ, ਬੰਦਿਆਂ ਨਾਲ ਸਿਸਟਮ। ਬੰਦੇ ਕਿਵੇਂ ਬਦਲ ਦੇਣਗੀਆਂ ਸਰਕਾਰਾਂ? ਨਹੀਂ, ਇਹਦਾ ਵੈਸੀ ਗੱਲਾਂ ਹੁੰਦੀਆਂ ਨੇ। ਮੈਂ ਤੁਹਾਨੂੰ ਇੱਕ ਗੱਲ ਕਰ ਰਿਹਾ ਵੀ ਜੇ ਬੰਦੇ ਦੇ ਆਪਣੇ ਨੀਅਤ ਸਾਫ਼ ਹੋਵੇ ਨਾ, ਉਹੀ ਸਮਾਜ ਦੇ ਵਿੱਚ ਸੁਧਾਰਕ ਬਣ ਸਕਦਾ ਹੈ। ਹਰ ਇੱਕ ਬੰਦਾ ਆਪਣੇ ਇਮਾਨਦਾਰੀ ਨਾਲ ਆਪਣੀ ਹੀ ਡਿਊਟੀ ਨਿਭਾ ਲਵੇ। ਲੋਕਾਂ ਨੂੰ ਜਵਾਬਦੇਹੀ ਕਿਵੇਂ ਹੈ? ਨਹੀਂ, ਲੋਕਾਂ ਨੂੰ ਜਵਾਬਦੇਹੀ ਕੋਈ ਨਹੀਂ ਗੁਰਜਿੰਦਰ ਜੀ, ਇੱਥੇ ਫਰਕ ਸਮਝੋ। ਲੋਕਾਂ ਨੂੰ ਜਵਾਬਦੇਹੀ ਤਾਂ ਹੋਊਗੀ ਜੇ ਲੋਕ ਮੰਗਣਗੇ ਜਵਾਬ। ਲੋਕ ਮੰਗਣ ਜੋਗੇ ਹੈ ਹੀ ਨਹੀਂ। ਲੋਕ ਦੇਖੋ, ਵਿਜੇਂਦਰ ਸਿੰਗਲਾ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਫੜਿਆ ਗਿਆ। ਕੱਲ ਭਗਵੰਤ ਮਾਨ ਨੇ ਮੀਟਿੰਗ ਸੱਦੀ ਸਾਰੀ ਐਮਐਲਏਆਂ ਦੇ ਨਾਲ, ਉਹ ਵਿੱਚ ਬੈਠਾ ਸੀ। ਹੁਣ ਉੱਥੇ ਦੱਸੋ ਬੰਦਾ ਮਤਲਬ ਕੀ ਸੋਚੇ ਵੀ ਇੱਕ ਤਾਂ ਸਰਕਾਰ ਕਹਿੰਦੀ ਸੀ ਆਹ ਭ੍ਰਿਸ਼ਟਾਚਾਰ ਸਾਡਾ ਮੰਤਰੀ ਸੀ, ਅਸੀਂ ਬਰਖਾਸਤ ਕਰਤਾ, ਉਹ ਫਿਰ ਨਾਲ ਦੀ ਕੁਰਸੀ ਤੇ ਫਿਰ ਬੈਠਾ, ਭ੍ਰਿਸ਼ਟਾਚਾਰ ਖਤਮ ਹੋ ਗਿਆ ਉਹਦਾ, ਜਾਂ ਇਲਜ਼ਾਮ ਝੂਠੇ ਸੀ। ਇਹ ਮਤਲਬ ਸਵਾਲ ਤਾਂ ਲੋਕਾਂ ਦੇ ਨਹੀਂ, ਇਹ ਤਾਂ ਇੱਕ ਛੋਟੀ ਜਿਹੀ ਉਦਾਹਰਨ ਤੁਸੀਂ ਗੱਲ ਕਰਤੀ, ਛੋਟੀ ਜਿਹੀ ਉਦਾਹਰਨ ਹੈ ਇਹ। ਤੁਸੀਂ ਦੇਖੋ ਵੱਡੇ ਵੱਡੇ ਘਪਲੇ ਹੋਏ ਨੇ, ਉਹ ਸਰਕਾਰਾਂ ਬਣਾ ਗਏ। ਨਹੀਂ, ਉਹ ਤਾਂ ਚਲੋ ਲੋਕਾਂ ਨੇ ਮੁੱਖ ਮੰਤਰੀ ਬਣੇ ਨੇ। ਨਹੀਂ, ਕਾਂਗਰਸ ਦੇਖੋ, ਕਾਂਗਰਸ ਦੀ ਗੱਲ ਕਰਦਾ ਮੈਂ। ਮੁੱਖ ਮੰਤਰੀ ਬਣੇ ਨੇ ਵੱਡੇ ਵੱਡੇ ਕੱਪੜੇ ਵਾਲੇ। ਨਹੀਂ, ਉਹ ਫਿਰ ਲੋਕਾਂ ਨੇ ਖਤਮ ਵੀ ਕਰਤੇ ਨਾ। ਜਦੋਂ ਖਤਮ ਹੋਇਆ, ਉਹ ਭ੍ਰਿਸ਼ਟਾਚਾਰ ਕਰਕੇ ਨਹੀਂ ਖਤਮ ਹੋਇਆ। ਨਹੀਂ, ਮਤਲਬ ਇੱਕ ਤਾਂ ਪੁਰਾਣੇ ਬੰਦੇ ਨੇ, ਉਹ ਕਹਿੰਦੇ ਨੇ ਕਿ ਅਸੀਂ ਸੱਚੇ ਆ, ਅਸੀਂ ਸੋਚੇ ਆ, ਭ੍ਰਿਸ਼ਟਾਚਾਰੀ ਕਰਦੇ ਨੇ ਤੇ ਸੱਤਾ ਦੇ ਵਿੱਚ ਅੱਜ ਹੈਗੇ ਨਹੀਂ। ਅਕਾਲੀ ਨੇ, ਕਾਂਗਰਸੀ ਨੇ, ਭਾਵੇਂ ਕੋਈ ਪਾਰਟੀ ਹੈ, ਇੱਕ ਮਤਲਬ ਭ੍ਰਿਸ਼ਟਾਚਾਰ ਦੇ ਉੱਤੇ ਚੀਜ਼ ਖੜੀ ਹੋਈ ਹੈ। ਜਿਹੜੀ ਸਿਆਸੀ ਪਾਰਟੀ ਹੈ ਉਹਦੀ ਬੁਨਿਆਦ ਹੈ ਉਹਦੀ ਆਈਡੀਓਲੋਜੀ ਕਿ ਭ੍ਰਿਸ਼ਟਾਚਾਰ ਦੀ ਅਸੀਂ ਗੱਲ ਨਹੀਂ ਕਰਾਂਗੇ, ਖਤਮ ਕਰਾਂਗੇ। ਫਿਰ ਉਹਦੇ ਵਿੱਚ ਇੱਕ ਬੰਦਾ ਬੈਠਾ ਜਿਹੜਾ ਭ੍ਰਿਸ਼ਟਾਚਾਰ ਕਰ ਗਿਆ, ਫਿਰ ਉਹਨੂੰ ਕਿਉਂ ਬਿਠਾਇਆ ਉੱਥੇ? ਨਹੀਂ, ਫਿਰ ਉਹੀ ਗੱਲ ਕਰਦੇ ਆਪਾਂ। ਠੀਕ, ਤੁਹਾਡੀ ਗੱਲ ਠੀਕ ਹੈ, ਮੈਂ ਇਹਨੂੰ ਕੰਡੈਮ ਨਹੀਂ ਕਰ ਰਿਹਾ। ਮੈਂ ਕਹਿ ਰਿਹਾ ਜਵਾਬ ਕੌਣ ਮੰਗੂ? ਵੋਟ ਕਿਹਨੇ ਪਾਈ ਹੈ? ਲੋਕਾਂ ਨੇ। ਵੋਟ ਕਿਹਨੇ ਪਾਣੀ ਹੈ? ਲੋਕਾਂ ਨੇ। ਹੁਣ ਤੁਸੀਂ ਜਵਾਬ ਮੰਗ ਲਓ ਇਕੱਲੇ, ਤੁਹਾਨੂੰ ਧੱਕੇ ਮਾਰ ਕੇ ਬਾਹਰ ਕੱਢ ਦੇਣਾ। ਇੱਕ ਦੋ ਬੰਦਾ ਜਾਊਗਾ, 10 ਬੰਦੇ ਉਹਨਾਂ ਦੇ ਅੱਗੇ ਕੀ ਨੇ? ਬਿਲਕੁਲ ਠੀਕ ਹੈ। ਇੰਨੀ ਇਹ ਤੋਂ ਬਾਅਦ ਤਾਂ ਉਹਨਾਂ ਦੀ ਸਿਕਿਉਰਿਟੀ ਹੁੰਦੀ ਹੈ, ਇਹ ਤੋਂ ਬਾਅਦ ਤਾਂ ਉਹਨਾਂ ਦੀ ਸਿਕਿਉਰਿਟੀ ਦੀਆਂ ਗੱਡੀਆਂ ਹੀ ਹੁੰਦੀਆਂ ਨੇ। ਬਿਲਕੁਲ ਜੀ, ਉਹਨਾਂ 'ਚ ਬੰਦੇ ਭਰੇ ਹੁੰਦੇ ਨੇ। ਉਹ ਗੱਲ ਨਾ ਕਰੋ। ਜਵਾਬ ਉਦੋਂ ਹੋਊ, ਜਵਾਬਦੇਹੀ ਉਦੋਂ ਹੋਊਗੀ, ਜਵਾਬ ਤਲਬੀ ਉਦੋਂ ਹੋਊਗੀ ਜਦੋਂ ਲੋਕ ਪੁੱਛਣਗੇ, ਜਦੋਂ ਇਕੱਠ ਹੋਣਗੇ, ਜਦੋਂ ਇਕੱਠਾਂ ਦੇ ਵਿੱਚ ਖੜਾਇਆ ਜਾਊਗਾ, ਕਟਹਿਰਾ ਲੱਗੂਗਾ, ਲੋਕਾਂ ਦੀ ਕਚਹਿਰੀ ਆ ਸਾਹਮਣੇ, ਉਦੋਂ ਜਵਾਬ ਦੇਊਗੀ। ਉਹ ਹਾਲੇ ਸਮਾਂ ਨਹੀਂ ਆਇਆ ਹੈਗਾ। ਉਹ ਦੂਜਾ ਪੱਖ ਆਪਾਂ ਵਿਚਾਰ ਕਰ ਰਹੇ ਸੀ ਮੁਫਤ ਸਹੂਲਤਾਂ ਵਾਲਾ, ਤਾਂ ਦੂਜਾ ਪੱਖ ਇਹ ਵੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਇਹਨਾਂ ਨੇ ਨਾ ਸਿਹਤ ਦੇਣੀ ਹੈ, ਵਧੀਆ ਸਹੂਲਤਾਂ ਦੇਣੀਆਂ ਨੇ, ਨਾ ਸਿੱਖਿਆ ਦੀਆਂ ਸਹੂਲਤਾਂ ਦੇਣੀਆਂ ਨੇ, ਨਾ ਰੁਜ਼ਗਾਰ ਦੇਣਾ ਹੈ। ਸਿੱਖਿਆ ਤਾਂ ਤੁਸੀਂ 4 ਮਹੀਨੇ ਤੋਂ ਸਰਕਾਰੀ ਸਕੂਲਾਂ 'ਚ ਕਿਤਾਬਾਂ ਨਹੀਂ ਆਈਆਂ। ਹਾਂ, ਉਹੀ ਗੱਲ ਕਰਦਾ ਮੈਂ। ਉਹ ਨਹੀਂ ਦੇਣੀਆਂ, ਉਹ ਤਾਂ ਦੇਣੀਆਂ ਹੀ ਨਹੀਂ ਅਸੀਂ। ਜੇ ਉਹ ਦੇ ਕੇ ਫਿਰ ਇੱਥੋਂ ਦਿਮਾਗ ਤੋਂ ਤੀਜਾ ਨੇਤਰ ਨਹੀਂ ਖੁੱਲ ਜੂਗਾ ਬੰਦੇ ਦਾ, ਉਹ ਸਵਾਲ ਕਰੂਗਾ। ਉਹ ਨਹੀਂ ਦੇਣਾ। ਤੇ ਜਿਨ੍ਹਾਂ ਨੂੰ ਪਤਾ ਕਿ ਨਾ ਸਾਨੂੰ ਜਿਨ੍ਹਾਂ ਨੇ ਸਿਹਤ ਸਹੂਲਤਾਂ ਦੇਣੀਆਂ, ਨਾ ਸਾਨੂੰ ਇਹਨਾਂ ਨੇ ਕਿਤਾਬਾਂ ਦੇਣੀਆਂ ਨੇ, ਮੁੱਢਲੀ ਸਿੱਖਿਆ ਦੇਣੀ ਹੈ, ਕੋਈ ਵਧੀਆ ਚੀਜ਼ ਕਰਨੀ ਹੈ, ਸਾਡੀ ਸਿੱਖਿਆ ਵਾਸਤੇ ਪ੍ਰਣਾਲੀ ਚੇਂਜ ਕਰਨੀ ਹੈ, ਤੇ ਜਿਹੜਾ ਕੁਛ ਆਉਂਦਾ ਉਹ ਆ ਲੈਣ ਦੋ। ਰੁਜ਼ਗਾਰ ਇਹਨਾਂ ਨੇ ਦੇਣਾ ਨਹੀਂ। ਫਿਰ ਉਹ ਵਿਚਾਰੇ ਉਹਨਾਂ ਚੀਜ਼ਾਂ ਤੇ ਡਿਪੈਂਡ ਵੀ ਹੋ ਜਾਂਦੇ ਨੇ। ਉਹੀ ਚੀਜ਼ ਇਹ ਚਾਹੁੰਦੇ ਨੇ, ਡਿਪੈਂਡ ਕਰਨਾ, ਵੀ ਸਾਡੇ ਤੇ ਡਿਪੈਂਡ ਹੋ ਜਾਣ, ਕੱਲ ਨੂੰ ਸਵਾਲ ਨਾ ਕਰਨ ਅਸੀਂ ਚਾਹੀਏ 2000 ਰੁਪਏ ਬੋਤਲ ਸ਼ਰਾਬ ਦੀ ਜਾਂ ਥੋੜ੍ਹੀ ਜਿਹੀ ਭੁੱਕੀ ਫੀਮ ਦਈਏ, ਬੋਤਲ ਲੈ ਲਈਏ, ਮੁੜ ਕੇ ਮਾਰੀਏ ਲੱਤ ਇਹਨਾਂ ਦੇ। ਤੇ ਵੱਜਦੀਆਂ ਵੀ ਨੇ। ਕਿਹੜੀ ਸਰਕਾਰ ਹੈ, ਕਿਹੜੀ ਪਾਰਟੀ ਜਿਹਨੇ ਨਹੀਂ ਮਾਰੀਆਂ? ਸਾਰੀਆਂ ਮਾਰਦੀਆਂ ਨੇ। ਇਹ ਕੋਈ ਨਵੀਂ ਗੱਲ ਨਹੀਂ ਕਿ ਅੱਜ ਵੱਜਣੀਆਂ ਨੇ, ਜੱਜ ਮਾਰ। ਨੂੰ ਪਤਾ ਹੁੰਦਾ ਨਾ ਕਿ ਲੋਕਾਂ ਦੀ ਯਾਦਾਸ਼ਤ ਥੋੜੀ ਹੈ। ਨਹੀਂ, ਯਾਦਾਸ਼ਤ ਨਹੀਂ, ਉਹਨਾਂ ਨੂੰ ਸੋਚਣ ਦਾ, ਉਹਨਾਂ ਨੂੰ ਸੋਚਣੇ ਨਹੀਂ ਦਿੰਦੀਆਂ ਇਹ ਸਰਕਾਰਾਂ। ਇਹ ਪਾਲਿਸੀ ਹੈ ਇੱਦਾਂ ਦੀ ਹੈ, ਪੋਲੀਟਿਕਸ ਹੈ ਹੀ ਇੱਦਾਂ ਦੀ ਹੈ। ਠੀਕ ਹੈ। ਇਹ ਇੱਦਾਂ ਦਾ ਸੋਚਣ ਨਹੀਂ ਦਿੰਦੇ। ਇਹ ਜੇ ਸੋਚਣ ਦੇ ਦੇਣਗੇ ਤੁਹਾਨੂੰ ਇਹਨਾਂ ਦੀ ਸਰਕਾਰ ਕਿਵੇਂ ਬਣ ਜੂਗੀ? ਇਹ ਸੋਚਣ ਨਹੀਂ ਦਿੰਦੇ। ਤੁਹਾਡੇ ਤੇ ਨਵਾਂ ਮੁੱਦਾ, ਕਦੇ ਧਰਮ ਦਾ, ਕਦੇ ਕਿਸੇ ਦਾ, ਕਦੇ ਮੇਰ ਦਾ, ਕਦੇ ਜਾਤ ਦਾ, ਕਦੇ ਭਾਤ ਦਾ, ਕਦੇ ਹੋਰ ਹੀ ਇੱਦਾਂ ਦੇ ਮੁੱਦੇ ਲਿਆ ਕੇ, ਰੋਟੀ ਦੇ ਹੀ ਮੁੱਦੇ, ਹੈ ਨਾ। ਤਾਂ ਸਭ ਤੋਂ ਵੱਡਾ ਧਰਮ ਦਾ ਮੁੱਦਾ ਖੜਾ ਕਰ ਦੇਣਾ ਨੇ, ਲੜਾਈ ਹੋ ਜਾਣੀ ਹੈ। ਉਹ ਮੈਂ ਤੁਹਾਡੇ ਪੱਖ ਦਾ, ਵੋਟਾਂ ਲੈ ਜੂਗਾ ਬਸ। ਉਹ ਚੀਜ਼ਾਂ ਨੇ, ਉਹਨਾਂ 'ਚ ਰੋਲ ਦੇਣਾ। ਇਹ ਆਪੇ ਕਿਸੇ ਧਰਮ ਨੂੰ ਨਹੀਂ ਮੰਨਦੇ ਹੁੰਦੇ, ਨਾ ਇਹਦਾ ਧਰਮ ਤਾਂ ਕੁਰਸੀ ਤੇ ਸੱਤਾ। ਹਾਂ, ਰਾਜਨੀਤੀ ਹੁੰਦੀ ਹੈ। ਇਹ ਆਪ ਕਿਸੇ ਧਰਮ ਨੂੰ ਨਹੀਂ ਮੰਨਦੇ, ਕਿਸੇ ਜਾਤ ਨੂੰ ਨਹੀਂ ਮੰਨਦੇ। ਠੀਕ ਹੈ। ਜੋ ਹੈਗੇ ਨੇ ਬਸ ਇਹੀ ਨੇ। ਉਹ ਮਤਲਬ ਇਹਨਾਂ ਦਾ ਇੱਕ ਕਹਾਣੀ ਜੀ ਨਹੀਂ ਹੈਗੀ ਕਿ ਪਿਓ ਰਾਜਨੀਤਿਕ ਆਗੂ ਸੀਗਾ, ਪੁੱਤ ਕਹਿੰਦਾ ਮੈਂ ਵੀ ਰਾਜਨੀਤੀ ਕਰਨੀ ਹੈ। ਹਾਂ, ਉਹ ਕਹਿੰਦਾ ਛਾਲ ਮਾਰ ਮੈਂ ਥੱਲੇ ਫੜ ਲੂੰਗਾ। ਪੁੱਤ ਕਹਿੰਦਾ ਮੈਨੂੰ ਲੱਤਾਂ ਟੁੱਟ ਜਾਣੀਆਂ, ਕਹਿੰਦਾ ਨਹੀਂ ਤੂੰ ਮਾਰ, ਮੈਂ ਖੜਾ, ਤੇਰਾ ਪਿਓ ਆ, ਫੜੂੰਗਾ। ਤੇ ਉਹ ਪੁੱਤ ਪਿਓ ਦੇ ਭਰੋਸੇ ਨੂੰ ਛਾਲ ਮਾਰ ਗਿਆ ਕੋਠੇ ਤੋਂ। ਉਹਨੇ ਫੜਿਆ ਨਹੀਂ, ਪਾਸੇ ਹੋ ਕੇ ਲੱਤਾਂ ਤੜਾ ਕੇ ਬਹਿ ਗਿਆ। ਕਹਿੰਦਾ ਤੂੰ ਕੀ ਸਵਾਰ ਰਾਜਨੀਤੀ ਕਰੇਂਗਾ? ਤੂੰ ਤਾਂ ਪਿਓ ਤੇ ਇਤਬਾਰ ਕਰ ਲੈ, ਬਸ ਇਤਬਾਰ ਤਾਂ ਕਰਨਾ ਹੀ ਨਹੀਂ ਕਿਸੇ ਦੇ, ਭਰੋਸਾ ਤਾਂ ਕਰਨਾ ਹੀ ਨਹੀਂ। ਇਹ ਕਿਸੇ ਤੇ ਭਰੋਸਾ ਨਹੀਂ ਕਰਦੇ।
ਇਹ ਜੇ ਭਰੋਸਾ ਕਰਦੇ ਹੋਏ ਇਹ ਆਪਣੇ ਆਪ ਤੇ ਤਾਂ ਕਰਦੇ ਨੇ ਬਸ ਮੈਂ ਕਾਮਯਾਬ ਸਕਿੱਲ ਹੈ ਲੀਡਰ ਹਾਂ ਬਸ ਉਹ ਇਸ ਕਰਕੇ ਇਹ ਮੁਫਤ ਸਹੂਲਤਾਂ ਜਿਹੜੀਆਂ ਸਰਾਪ ਨੇ ਇਹ ਸਮਾਜ ਵਾਸਤੇ ਨੌਜਵਾਨਾਂ ਵਾਸਤੇ ਇਕੱਲਾ ਪੰਜਾਬ ਨਹੀਂ ਪੂਰੇ ਦੇਸ਼ ਦੇ ਵਿੱਚ ਇਹ ਸਰਾਪ ਹੈ। ਦੂਜਾ ਜੇ ਸੁਪਰੀਮ ਕੋਰਟ ਨੇ ਇਦਾਂ ਦਾ ਕੋਈ ਆਪਾਂ ਕਹਿ ਲਓ ਮੁੱਦਾ ਚੱਕਿਆ ਹੈ ਉਹਨਾਂ ਦੇ ਧਿਆਨ 'ਚ ਆਇਆ ਹੈ ਤਾਂ ਉਹ ਨਾਲ ਇਹ ਵੀ ਦੇਖਣ ਵੀ ਇਸ਼ਤਿਹਾਰਬਾਜ਼ੀ ਕਿਸ ਚੀਜ਼ ਦੀ ਕਰਦੇ ਨੇ ਕਿਉਂ ਕਰਦੇ ਨੇ ਆਪਣੀ ਡਿਊਟੀ ਨਹੀਂ ਕਰ ਰਹੇ ਹੋ ਉਹਨਾਂ ਦੀ ਡਿਊਟੀ ਹੈ ਨਹੀਂ ਇਹ ਜੇ ਡਿਊਟੀ ਹੈ ਤਾਂ ਇਸ਼ਤਿਹਾਰਬਾਜ਼ੀ ਕਾਹਦੀ ਉਹ ਵੀ ਸਰਕਾਰੀ ਖਜ਼ਾਨੇ 'ਚੋਂ ਆਪਣੇ ਫੰਡ ਵਰਤਣ ਆਪਣੀਆਂ ਤਨਖਾਹਾਂ ਵਰਤਣ ਆਪਣੀਆਂ ਜਾਇਦਾਦਾਂ ਵਰਤਣ ਜੇ ਇੱਦਾਂ ਦਾ ਕਰਨਾ ਉਹਨਾਂ ਨੇ ਕੁਛ ਤਾਂ ਉਹ ਚੀਜ਼ਾਂ ਵਰਤਣ ਲੋਕਾਂ ਦਾ ਪੈਸਾ ਥੋੜ੍ਹੀ ਇੱਦਾਂ ਖਰਾਬ ਕਰਨਾ ਗਰਕ ਕਰਨਾ ਤੁਸੀਂ ਜਦੋਂ ਲੋਕਾਂ ਨੂੰ ਜਦੋਂ ਲੋਕ ਕਹਿੰਦੇ ਨੇ ਸਾਨੂੰ ਆਹ ਚੀਜ਼ ਬਣਾ ਕੇ ਦੇ ਦਿਓ ਸਾਡੇ ਵਿਕਾਸ ਵਾਸਤੇ ਫੰਡ ਨਹੀਂ ਹੈਗਾ ਖਜ਼ਾਨਾ ਖਾਲੀ ਹੈ ਤਨਖਾਹਾਂ ਦੇ ਦਿਓ ਖਜ਼ਾਨਾ ਖਾਲੀ ਹੈ ਠੀਕ ਹੈ ਕੋਈ ਕਿਤਾਬਾਂ ਲਿਆ ਦਿਓ ਜਾਂ ਕੋਈ ਹੋਰ ਆਯੁਸ਼ਮਾਨ ਵਰਗੀ ਜਿਹੜੀ ਯੋਜਨਾ ਹੈਗੀ ਹੈ ਇਹਨਾਂ ਨੂੰ ਚਾਲੂ ਰੱਖੋ ਜੀ ਖਜ਼ਾਨਾ ਖਾਲੀ ਹੈ ਨਹੀਂ ਫਿਰ ਆਪਣੇ ਖਰਚੇ ਵੀ ਹੁੰਦੇ ਆ ਲੀਡਰਾਂ ਦੇ ਉਹ ਆਪਣੇ ਹੀ ਖਰਚੇ ਹੁੰਦੇ ਨੇ ਆਪਣੇ ਨਹੀਂ ਆਪਣੇ ਹੀ ਖਰਚੇ ਹੁੰਦੇ ਨੇ ਸਰਕਾਰੀ ਕਿਸੇ ਲੀਡਰ ਦਾ ਗੋਡਾ ਵੀ ਦੁਖਦਾ ਚੱਲ ਅਮਰੀਕਾ ਇਲਾਜ ਕਰਾਉਣਾ ਜੀ ਕਿਉਂ ਬਈ ਇੱਥੇ ਕਿਉਂ ਨਹੀਂ ਕਰਾਉਂਦੇ ਜੀ ਜਿੱਥੇ ਆਮ ਲੋਕ ਵਿਚਾਰਾ ਹਸਪਤਾਲ 'ਚ ਪਰਚੀ ਕਟਾ ਰਿਹਾ ਖੜ ਕੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਆਪਣਾ ਰੀੜ੍ਹ ਦੀ ਹੱਡੀ ਦਾ ਆਪਰੇਸ਼ਨ ਕਰਾਇਆ ਉਹਨਾਂ ਨੇ ਇੰਗਲੈਂਡ ਤੋਂ ਕਰਵਾਇਆ ਪਹਿਲਾਂ ਅਕਾਲੀ ਦਲ ਵੇਲੇ ਪ੍ਰਕਾਸ਼ ਸਿੰਘ ਬਾਦਲ ਕਿੰਨੀ ਵਾਰ ਅਮਰੀਕਾ ਤੱਕ ਜਾਂਦੇ ਰਹੇ ਸੀ ਇੱਥੇ ਪੰਜਾਬ 'ਚ ਹੁਣ ਆਪਣਾ ਪਿੰਡ ਕਲੀਨਿਕ ਖੁੱਲ੍ਹੀ ਜਾਂਦੇ ਨੇ ਤਾਂ ਮੁੱਖ ਮੰਤਰੀ ਬਿਮਾਰ ਹੋਏ ਪੋਲੋ 'ਚ ਚਲੇ ਗਏ ਉਹ ਤਾਂ ਲੋਕਾਂ ਲਈ ਹੁੰਦੇ ਨੇ ਨਾ ਵੀ ਤੁਸੀਂ ਇੱਥੇ ਆਓ ਆਪਣਾ ਇਲਾਜ ਕਰਾਓ ਨਹੀਂ ਮਰੋ ਇਲਾਜ ਨਹੀਂ ਕਰਾਓ ਵੀ ਤੁਸੀਂ ਆਓ ਇੱਥੇ ਮਰੋ ਉਹ ਇਲਾਜ ਤਾਂ ਕਰਾਉਣਾ ਬਾਹਰ ਹੁੰਦੇ ਨੇ ਨਾ ਇਲਾਜ ਤਾਂ ਜੇ ਇੱਥੇ ਇਲਾਜ ਹੁੰਦੇ ਇਹਨਾਂ ਨੂੰ ਬਾਹਰ ਜਾਣ ਦੀ ਕੀ ਲੋੜ ਸੀ ਸੋ ਇਹ ਚੀਜ਼ਾਂ ਸਿਰਫ ਲੋਕਾਂ ਲਈ ਨੇ ਇਹਨਾਂ ਨੂੰ ਖੜਨ ਦਿਓ ਇਹਨਾਂ ਨੂੰ ਧੁੱਪਾਂ 'ਚ ਮੀਂਹਾਂ ਦੇ ਵਿੱਚ ਸੜਕਾਂ ਦੇ ਉੱਤੇ ਧਰਨਿਆਂ 'ਚ ਡਾਂਗਾਂ ਪਾਣੀ ਦੀਆਂ ਵਿਛਾੜਾਂ ਚੁੰਨੀਆਂ ਲਹਾਉਣ ਧੀਆਂ ਭੈਣਾਂ ਪੱਗਾਂ ਲਾਉਣ ਵੀਰ ਭਰਾ ਬਜ਼ੁਰਗ ਲਾਠੀਆਂ ਖਾਣ ਇਹਨਾਂ ਤੋਂ ਠੀਕ ਹੈ ਸੇਕੇ ਰੋਣ ਟੂਹੀਆਂ ਤੇ ਉਹ ਲੋਕ ਹੈਗੇ ਨੇ ਸਾਰਾ ਕੁਝ ਕਰਨ ਨੂੰ ਇਹ ਇਸ ਗਰਮੀ 'ਚ ਏਸੀ 'ਚ ਸਰਦੀ 'ਚ ਹੀਟਰਾਂ ਦੇ ਅੱਗੇ ਆਰਾਮ ਨਾਲ ਬੈਠਣੇ ਆਰਾਮ ਨਾਲ ਉੱਠਣ ਆਰਾਮ ਨਾਲ ਪੈਣ ਸੌਣ ਫੋਨ ਚੱਕਣ ਨਾ ਚੱਕਣ ਇਹਨਾਂ ਦੀ ਮਰਜ਼ੀ ਆ ਸੋ ਇਸ ਕਰਕੇ ਆ ਸਾਰਾ ਕੁਝ ਸੁਪਰੀਮ ਕੋਰਟ ਨੂੰ ਦੇਖਣਾ ਚਾਹੀਦਾ ਕਿ ਇਹ ਲੋਕਾਂ ਨੂੰ ਕਿਵੇਂ ਦੱਬ ਰਹੇ ਨੇ ਕਿਵੇਂ ਇਹ ਲੋਕਾਂ ਨੂੰ ਨਕੰਮੇ ਬਣਾ ਕੇ ਉਹਨਾਂ ਦੀ ਆਤਮਿਕ ਤੌਰ ਤੇ ਮਾਨਸਿਕਤਾ ਤੌਰ ਤੇ ਸਰੀਰਕ ਤੌਰ ਤੇ ਮੌਤ ਦਾ ਕਾਰਨ ਬਣ ਰਹੇ ਨੇ ਜੀ। ਇੱਕ ਪਰਮਿੰਦਰ ਜੀ ਅਗਲੀ ਖਬਰ ਹੈ ਕਿ ਸੰਜੇ ਰਾਉਤ ਮਹਾਰਾਸ਼ਟਰ ਦੇ ਨਾਲ ਸੰਬੰਧਿਤ ਨੇ ਉਹ ਉੱਥੇ ਕਹਿੰਦੇ ਈਡੀ ਨੇ ਉਹ ਗ੍ਰਿਫਤਾਰ ਕਰ ਲਏ ਨੇ ਤੇ ਗ੍ਰਿਫਤਾਰ ਕੀਤੇ ਕੋਈ ਘਪਲਾ ਹੋ ਗਿਆ ਸਕੈਮ ਹੋ ਗਿਆ ਕਈ 100 ਕਰੋੜ ਦਾ ਉਹ ਸਕੈਮ ਹੈ ਕਿ ਫੰਡ ਜਾਰੀ ਹੋਇਆ ਸੀ ਕੇਂਦਰ ਵੱਲੋਂ ਕਿ ਘਰ ਬਣਾਉਣੇ ਨੇ ਸਲਮ ਏਰੀਆ ਤੋਂ ਕੱਢ ਕੇ ਲੋਕ ਘਰਾਂ ਦੇ ਵਿੱਚ ਪਾਉਣੇ ਨੇ ਉਹਨਾਂ ਲਈ ਕਲੋਨੀਆਂ ਕ੍ਰੀਏਟ ਕਰਨੀਆਂ ਨੇ ਸੋ ਕਹਿੰਦੇ ਕਿ ਉਸ ਫੰਡਾਂ ਦੇ ਵਿੱਚ ਸਕੈਮ ਹੋ ਗਿਆ ਇਹ ਈਡੀ ਦੇ ਇਲਜ਼ਾਮ ਨੇ ਹਜੇ ਤੱਕ ਸਾਬਤ ਕੁਝ ਨਹੀਂ ਹੋਇਆ ਹੈਗਾ। ਦੂਜੇ ਪਾਸੇ ਸ਼ਿਵ ਸੈਨਾ ਕਹਿੰਦੀ ਕਿ ਵੀ ਤੇ ਹੋਰ ਜੋ ਸੰਜੇ ਰਾਉਤ ਦੇ ਇਰਦ ਗਿਰਦ ਲੀਡਰ ਨੇ ਉਹ ਕਹਿੰਦੇ ਕਿ ਤਾਂ ਬੀਜੇਪੀ ਦਾ ਈਡੀ ਨੂੰ ਵਰਤ ਰਹੀ ਹੈ ਬੀਜੇਪੀ ਜਿਵੇਂ ਥਾਂ ਤਾਂ ਸੂਬੇ ਦੇ ਵਿੱਚ ਈਡੀ ਵਰਤੀ ਜਾ ਰਹੀ ਹੈ ਉਸੇ ਤਹਿਤ ਸਾਡੇ ਲੀਡਰ ਸੰਜੇ ਰਾਉਤ ਨੂੰ ਗ੍ਰਿਫਤਾਰ ਕੀਤਾ ਗਿਆ। ਨਹੀਂ ਸ਼ੱਕ ਦੇ ਘੇਰੇ 'ਚ ਤਾਂ ਹੁੰਦਾ ਹੀ ਹੈ ਜਦੋਂ ਈਡੀ ਦਾ ਇਦਾਂ ਦਾ ਨਜ਼ਰੀਆ ਹੁੰਦਾ ਜਦੋਂ ਸਰਕਾਰ ਡਿੱਗੀ ਇਹ ਘਪਲੇ ਦਿਖੇ ਪਹਿਲਾਂ ਕਿਉਂ ਨਹੀਂ ਦਿਖੇ ਜਦੋਂ ਹੋ ਰਹੇ ਹੁੰਦੇ ਨੇ ਉਦੋਂ ਈਡੀ ਕਿੱਥੇ ਹੁੰਦੀ ਹੈ ਜਦੋਂ ਉਹ ਜਾਂਚ ਏਜੰਸੀ ਕਿੱਥੇ ਹੁੰਦੀ ਜਦ ਅੱਜ ਹੁਣ ਇਹ ਜਿਵੇਂ ਕਾਂਗਰਸ ਤੇ ਵੀ ਈਡੀ ਦਾ ਹੁਣ ਅੱਜ ਘੇਰਾ ਪਿਆ ਹੋਇਆ ਲਗਾਤਾਰ ਸੋਨੀਆ ਤੇ ਰਾਹੁਲ ਪਰਿਵਾਰ ਨੂੰ ਹਾਂ ਸੋਨੀਆ ਤੇ ਰਾਹੁਲ ਨੂੰ ਉਹ ਨੈਸ਼ਨਲ ਹੈਰਾਲਡ ਜਿਹੜੀ ਉਹਦਾ ਇੱਕੋ ਯੰਗ ਇੰਡੀਆ ਦੇ ਨਾਂ ਤੇ ਕੰਪਨੀ ਖੜੀ ਕਰ ਲਈ ਤੇ ਉਹਦੇ ਲੈਣ ਦੇਣ ਦੇ ਵਿੱਚ ਅੱਗੇ ਸਾਹਮਣੇ ਆ ਰਿਹਾ ਕਹਿੰਦੇ ਘਪਲਾ ਹੋਇਆ ਹੈ ਜੀ ਠੀਕ ਹੈ ਉਹ ਹੁਣ ਕਿਉਂ 24 ਨੇੜੇ ਆ ਰਿਹਾ ਹੁਣ ਕਿਉਂ 5 ਸਾਲ ਪਹਿਲਾਂ ਕੀ ਕਰਦੇ ਸੀਗੇ ਉਸ ਤੋਂ ਪਹਿਲਾਂ 5 ਸਾਲ ਸੀ ਇਹ ਹੁਣ ਅੱਜ ਕੱਲ੍ਹ ਦੇ ਘਪਲੇ ਨੇ ਜੀ ਗੱਲ ਉਹੀ ਹੈ ਕਿ ਲੋਕਾਂ ਨੂੰ ਉਲਝਾਉਣਾ ਹੈ ਈਡੀ ਕਰੇ ਇਮਾਨਦਾਰੀ ਨਾਲ ਕਰੇ ਸਾਰਿਆਂ ਤੇ ਕਾਰਵਾਈ ਕਰੇ ਬਣੀ ਹੈ ਜਿਸ ਚੀਜ਼ ਲਈ ਵਿਜੀਲੈਂਸ ਹੈ ਜਿਸ ਚੀਜ਼ ਲਈ CBI ਹੈ ਜਿਸ ਚੀਜ਼ ਲਈ ਈਡੀ ਹੈ ਜੋ ਵੀ ਹੈਗਾ ਜਿਹੜੀਆਂ ਵੀ ਜਾਂਚ ਏਜੰਸੀਆਂ ਨੇ ਉਹ ਆਪਣਾ ਕੰਮ ਬਾਖੂਬੀ ਕਰਨ ਲੇਕਿਨ ਸਰਕਾਰਾਂ ਦੇ ਦਬਾਅ ਥੱਲੇ ਨਾ ਕਰਨ ਚਾਹੇ ਕੋਈ ਹੈ ਅੱਜ ਇਹ ਕਿਵੇਂ ਹੋ ਸਕਦਾ ਕਿ ਭਾਜਪਾ ਦੇ ਸਾਰੇ ਬੰਦੇ ਇਮਾਨਦਾਰ ਨੇ ਹੈ ਇੱਦਾਂ ਦਾ ਹੁੰਦਾ ਜੇ ਉਹਨਾਂ ਦੇ ਅੰਕੜੇ ਕੱਢ ਲਏ ਜਾਣ ਕਿ ਦਿਨਾਂ ਦੇ ਵਿੱਚ ਹੀ ਦੇਖੋ ਆਮਦਨਾਂ ਕਿੱਥੇ ਤੋਂ ਕਿੱਥੇ ਚਲੀਆਂ ਜਾਇਦਾਦਾਂ ਉਹ ਕਿਵੇਂ ਬਣ ਗਈਆਂ ਇਹ ਆਮ ਮਤਲਬ ਪੈਸੇ ਵਾਲੇ ਮਾਮਲੇ ਤੋਂ ਅੱਗੇ ਨੇ ਨਾ ਕਿੱਡੇ ਵੱਡੇ ਦੋਸ਼ ਵੀ ਲੱਗਦੇ ਨੇ ਉਹੀ ਗੱਲ ਕਰਦਾ ਕਿ ਸਾਰੇ ਦੁੱਧ ਧੋਤੇ ਹੋ ਗਏ ਇਹ ਤਾਂ ਬਹੁਤ ਵੱਡੀ ਗੱਲ ਹੋ ਗਈ ਫਿਰ ਤਾਂ ਭਾਰਤ ਦੇਸ਼ ਸੋਨੇ ਦੀ ਚਿੜੀ ਹੋ ਜਾਣਾ ਚਾਹੀਦਾ ਸੀ 10 ਸਾਲ ਹੋ ਗਏ ਜੀ 10 ਸਾਲ ਹੋਣ ਜਾ ਰਹੇ ਹੈ ਭਾਜਪਾ ਨੂੰ ਤੇ ਫਿਰ ਹੁਣ ਤੱਕ ਫਿਰ ਉਹੀ ਦੇਸ਼ ਤਾਂ ਉੱਥੇ ਹੀ ਖੜਾ ਗਰੀਬੀ ਉੱਥੇ ਹੀ ਹੈ ਭੁੱਖਮਰੀ ਉੱਥੇ ਹੀ ਹੈ ਖੁਦਕੁਸ਼ੀਆਂ ਨੇ ਜੇ ਇੰਨੇ ਇਮਾਨਦਾਰ ਸੀ ਹੋਰ ਕਿੰਨਾ ਕੁ ਸਮਾਂ ਚਾਹੀਦਾ ਫਿਰ ਕਿਸੇ ਪਾਰਟੀ ਨੂੰ ਜੇ ਐਡੇ ਇਮਾਨਦਾਰ ਬੰਦਿਆਂ ਦੇ ਨਾਲ ਲੈਸ ਹੋ ਕੇ
ਸਰਕਾਰ ਚੱਲ ਰਹੀ ਹੈ ਤੇ ਤਾਂ ਇੱਕ ਇੱਕ ਪੈਸੇ ਦਾ ਹਿਸਾਬ ਹੋਣਾ ਚਾਹੀਦਾ ਸੀਗਾ। ਇੱਕ ਇੱਕ ਪੈਸਾ ਦੇਸ਼ ਦੀ ਡਿਵੈਲਪਮੈਂਟ ਤੇ ਲੱਗਣਾ ਚਾਹੀਦਾ ਸੀਗਾ। ਉਹ ਤਾਂ ਲੱਗਿਆ ਤਾਂ ਹੈ ਨਹੀਂ, ਦਿਖਦਾ ਤਾਂ ਹੈ ਨਹੀਂ। ਪੁਲ ਬਣਾਇਆ ਸੀ ਪ੍ਰਧਾਨ ਮੰਤਰੀ ਨੇ, ਉਹ ਪਹਿਲਾਂ ਹੀ ਡਿੱਗ ਪਿਆ ਪਹਿਲੀ ਵਾਰ ਹੋਈ ਜਦੋਂ ਟ੍ਰੈਫਿਕ ਵੀ ਚੱਲੀ ਸੀ। ਮੈਂ ਉਹੀ ਗੱਲ ਕਰਦਾ, ਉਹ ਜਿੱਥੇ ਪੈਸਾ ਲਾਉਣ ਦੀ ਲੋੜ ਹੀ ਨਹੀਂ ਹੈਗੀ, ਉਹ ਸਟੈਚੂ ਬਣਾਇਆ, ਇੱਕ ਪਾਰਲੀਮੈਂਟ ਬਣਾਤੀ, ਇੱਕ ਉਹ ਜਹਾਜ਼ ਖਰੀਦਿਆ, ਠੀਕ ਹੈ, ਕਾਹਦੇ ਲਈ ਜੀ? ਇੰਨਾ ਪੈਸਾ ਤੁਸੀਂ ਗਰੀਬਾਂ ਦੇ ਕਰਜ਼ੇ ਨਹੀਂ ਤਾਰ ਸਕਦੇ, ਕਿਸ ਚੀਜ਼ ਲਈ ਲਿਆ? ਜੇ ਗਰੀਬ ਸਿੰਬਲ ਨਹੀਂ ਨਾ ਹੈਗੇ ਦੇਸ਼ ਦੇ, ਉਹ ਤਾਂ ਕਹਿੰਦੇ ਸਿੰਬਲ ਨੇ ਸਾਡੇ। ਨਹੀਂ ਸਿੰਬਲ ਤੋਂ ਕਰਨਾ ਕੀ ਹੈ? ਜੇ ਹੁਣ ਉਹ ਅਮਰੀਕਾ ਦਾ ਜਿਹੜਾ ਪਿਛਲਾ ਰਾਸ਼ਟਰਪਤੀ ਸੀ, ਕੀ ਨਾਂ ਸੀ ਉਹਦਾ, ਟਰੰਪ, ਜੇ ਟਰੰਪ ਆਉਂਦਾ ਹੈ ਨਾ, ਜੇ ਸੜਕ ਹਾਂ ਪੇ ਕੰਧਾਂ ਕਿਉਂ ਕਰੀ ਜਾਂਦੀਆਂ ਨੇ? ਜੇ ਉਹ ਸਿੰਬਲ ਦੇਖਣ ਆ ਰਿਹਾ ਰਸਤਿਆਂ 'ਚ ਤਾਂ ਜਾਊਗਾ ਹੀ ਨਾ। ਉਹਨਾਂ ਨੂੰ ਦਿਖਾਣਾ ਹੁੰਦਾ ਨਾ ਕਿ ਲਕੋਵੇ ਲੈਂਦੇ ਨੇ ਕਿਤੇ ਨਾ ਕਿਤੇ, ਫਿਰ ਗਰੀਬ ਵੀ ਲੋਕ ਰੱਖਣੇ ਪੈਂਦੇ ਨੇ ਕਿ ਆ ਦੇਖੋ ਤੁਹਾਡੇ ਸਮਾਨ ਅਸੀਂ ਇਹਨਾਂ ਨੂੰ ਵੇਚਣੇ ਨੇ। ਗੱਲ ਆਪਾਂ ਇਹ ਵੱਖਰਾ ਵਿਸ਼ਾ ਹੋ ਗਿਆ। ਗੱਲ ਆਪਾਂ ਕਰ ਰਹੇ ਵੀ ਜੇ ਇਮਾਨਦਾਰ ਅੱਜ ਈਡੀ ਨੂੰ ਸਾਰੇ ਦਿਖ ਰਹੇ ਨੇ, ਤਾਂ ਈਡੀ 10 ਸਾਲ ਤੋਂ ਕੀ ਕਰਦੀ ਸੀਗੀ? ਜਾਂ ਕੀ ਬੀਜੇਪੀ ਕੋਲ ਇੰਨੇ ਇਮਾਨਦਾਰ ਬੰਦੇ ਨੇ ਕਿ ਉਹਨਾਂ ਦੇ ਖਿਲਾਫ ਈਡੀ ਜਾ ਹੀ ਨਹੀਂ ਸਕਦੀ ਕਦੇ? ਵੀ ਕੋਈ ਕੁਝ ਹੈ ਹੀ ਨਹੀਂ ਕਿਸੇ ਵਾਸਤੇ, ਕੋਈ ਭ੍ਰਿਸ਼ਟਾਚਾਰ ਦਾ ਨਾਂ ਨਾ ਥੋ, ਇੰਨੀ ਇਮਾਨਦਾਰ ਸਰਕਾਰ ਹੈ। ਵਾਸ਼ਿੰਗ ਮਸ਼ੀਨ ਹੈ ਨਾ ਭਾਜਪਾ ਵੀ, ਜਿਹੜਾ ਉਹਦੇ ਵਿੱਚੋਂ ਲੰਘ ਗਿਆ ਉਹ ਫਿਰ ਦੁੱਧ ਦਾ ਧੋਤਾ ਹੋ ਗਿਆ। ਹਾਂ, ਕੋਈ ਬੋਲੇ, ਕੋਈ ਧਰਮ ਦੇ ਬਾਰੇ ਬੋਲਦੇ, ਕੋਈ ਕਿਸੇ ਦੀ ਜਾਤ ਬਾਰੇ ਬੋਲਦੇ, ਕੋਈ ਕਿਸੇ ਨੂੰ ਕਹਿੰਦਾ ਗੋਲੀ ਮਾਰ ਦੋ, ਕੋਈ ਕਿਸੇ ਨੂੰ ਟੰਗ ਦੋ, ਕੋਈ ਕਹਿੰਦਾ ਪਾਕਿਸਤਾਨ ਭੇਜ ਦੋ, ਕਿਸੇ ਨੂੰ ਚ 9 ਸੀ ਜਿਹੜੇ ਮੈਂਬਰ ਪਾਰਲੀਮੈਂਟ ਬਣ ਗਏ, ਸਭ ਵੀ ਪ੍ਰੀਗਿਆ। ਹਾਂ, ਇਹ ਸਾਰੇ ਮਤਲਬ ਦੁੱਧ ਧੋਤੇ ਨੇ। ਜਦੋਂ ਬੀਜੇਪੀ ਚ ਹੁਣ ਕਾਂਗਰਸ ਵਾਲੇ ਬੰਦੇ, ਮੰਨ ਲਓ ਅੱਜ ਕਾਂਗਰਸ ਜਿਨ੍ਹਾਂ ਦੇ ਉੱਤੇ, ਮੈਂ ਕਹਿੰਦਾ ਅੱਜ ਸੰਜੇ ਰਾਉਤ ਦੀ ਗੱਲ ਕਰ ਲਓ, ਸੰਜੇ ਰਾਉਤ ਜੇ ਅੱਜ ਫੜ ਲਿਆ ਈਡੀ ਨੇ, ਗ੍ਰਿਫਤਾਰ ਹੋ ਗਿਆ ਜਾਂ ਜੋ ਵੀ ਹੈ, ਜੇ ਅੱਜ ਉਹ ਭਾਜਪਾ ਜੁਆਇਨ ਕਰ ਜੇ ਜੀ, ਕੀ ਈਡੀ ਕਾਰਵਾਈ ਕਰੂ ਉਹੀ? ਜਾਂ ਜਿਹੜੇ ਕਾਂਗਰਸੀ ਚਲੇ ਗਏ ਘਪੜਿਆਂ ਤੋਂ, ਆ ਪੰਜਾਬ ਦੀ ਗੱਲ ਕਰ ਲਓ ਵੀ ਆਪਣੇ ਉੱਤੇ ਜਿਹੜੇ ਘਪਲੇ ਲਈ ਬੈਠੇ ਨੇ ਜਾਂ ਜਿਨ੍ਹਾਂ ਦੇ ਉੱਤੇ ਘਪਲੇ ਦੇ ਦੋਸ਼ ਨੇ, ਉਹ ਜੁਆਇਨ ਕਰ ਜਾਣ ਭਾਜਪਾ, ਫੇਰ ਜੀ ਇਹਨਾਂ ਨੇ ਤਾਂ ਕਰਾਣੀ ਹੈ। ਜਾਂ ਇਹ ਕਹਿਣ ਕਿ ਅਸੀਂ ਕਿਸੇ ਭ੍ਰਿਸ਼ਟਾਚਾਰੀ ਨੂੰ ਅੱਜ ਤੱਕ ਭਾਜਪਾ ਜੁਆਇਨ ਨਹੀਂ ਕਰਾਈ, ਇੱਦਾਂ ਨਹੀਂ ਹੈ ਗੱਲ। ਸਵਾਲ ਖੜੇ ਹੁੰਦੇ ਨੇ, ਇਹਨਾਂ ਸਵਾਲਾਂ ਦੇ ਜਵਾਬ ਦੇ ਦੇਣ ਜੀ। ਪਰ ਸੱਤਾ ਨੂੰ ਕਹਿੰਦੇ ਸਵਾਲ ਨਹੀਂ ਹੁੰਦਾ, ਨਹੀਂ ਕਰਨ ਵਾਲਾ ਵੀ ਹੋਈ ਤਾਂ ਚਾਹੀਦਾ ਨਾ। ਸੱਤਾ ਨੂੰ ਸਵਾਲ ਕੌਣ ਕਰੂਗਾ? ਖੁਦ ਭ੍ਰਿਸ਼ਟ ਲੋਕ ਨੇ ਜਿਹੜੇ, ਉਹ ਥੋੜੀ ਕਰਨਗੇ ਸਵਾਲ। ਜੇ ਹੁਣ ਈਡੀ ਨੇ ਰਾਉਤ ਨੂੰ ਫੜਿਆ, ਮੰਨ ਲਓ ਕੋਈ ਗੱਲ ਹੋਈ ਹੋ, ਆਪਾਂ ਇਦਾਂ ਨਹੀਂ ਕਹਿੰਦੇ ਕਿ ਸਾਫ਼, ਮਤਲਬ ਜਿੰਨਾ ਮਰਜ਼ੀ ਕੋਈ ਰੌਲਾ ਪਾਈ ਜਾਵੇ ਵੀ ਸੱਤਾ ਦੇ ਕੰਨ ਬੋਲੇ ਹੁੰਦੇ ਨੇ, ਸੱਤਾ ਤੱਕ ਸੁਣਦੀ ਨਹੀਂ, ਸੱਤਾ ਸੁਣਦੀ ਨਹੀਂ। ਆਪਾਂ ਇਹ ਗੱਲ ਕਰੋ, ਸੁਣਦੀ ਨਹੀਂ ਹੈ ਸੱਤਾ ਸੁਣਦੀ ਨਹੀਂ ਕਿਸੇ ਦੀ, ਉਹ ਆਪਣੀ ਮਰਜ਼ੀ ਕਰਦੀ ਹੈ। ਜੇ ਮਰਜ਼ੀ ਨਾ ਕਰੇ, ਕਿੰਨੇ ਬੰਦੇ ਸੀ ਉਹ ਸਟੇਨ ਸਵਾਮੀ ਵਰਗੇ ਜਿਹੜੇ ਜੇਲ੍ਹ ਦੇ ਵਿੱਚ ਮਾਰਤੇ ਸਵਾਲ ਕਰਨ ਵਾਲੇ। ਬਿਲਕੁਲ ਉਹ ਜੇ ਸੱਤਾ ਸੁਣੇ, ਸਰਕਾਰ ਸੁਣੇ ਜੀ, ਫਿਰ ਰਾਜ ਨਹੀਂ ਹੁੰਦਾ। ਬਿਲਕੁਲ। ਪਰਮਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਖਬਰਾਂ ਦੇ ਵਿਚਾਰ ਚਰਚਾ ਕਰਨ ਦੇ ਲਈ, ਧੰਨਵਾਦ। ਸ਼ੁਕਰੀਆ ਜੀ, ਧੰਨਵਾਦ ਜੀ। ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਅੱਜ ਦੀਆਂ ਮੁੱਖ ਖਬਰਾਂ ਤੇ ਵਿਚਾਰ ਚਰਚਾ ਕੀਤੀ। ਤੁਸੀਂ ਹਰ ਵਾਰ ਦੀ ਤਰ੍ਹਾਂ ਆਪਣੀ ਫੀਡਬੈਕ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਭੇਜੋ ਤੇ ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਲੋਕਰਾਣਾ ਚੈਨਲ ਪੰਜਾਬੀ ਤੇ। ਸ਼ੁਕਰੀਆ।